ਸੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਤੋਂ ਇੱਕ ਆਪਾਂ ਨਵੀਂ ਸੀਰੀਜ਼ ਸ਼ੁਰੂ ਕਰ ਰਹੇ ਹਾਂ ਜਿਹਦੇ ਵਿੱਚ ਕਿ ਅਸੀਂ ਸਾਰੇ ਸੈਕਟਰਸ ਨੂੰ ਰੋਟੇਸ਼ਨ ਕਰਦੇ ਹੋਏ 1 ਬਾਈ 1 ਇਹਨਾਂ ਦਾ ਸੈਕਟਰ ਐਨਾਲਿਸਿਸ ਕਰਾਂਗੇ। ਲਾਈਕ ਵੇਸ ਅਸੀਂ ਜਿੱਦਾਂ ਸਭ ਤੋਂ ਪਹਿਲਾਂ ਸਟਾਰਟ ਕਰਦੇ ਹਾਂ ਫਾਈਨਾਂਸ ਤੋਂ। ਫਾਈਨਾਂਸ ਦੇ ਵਿੱਚ ਸਭ ਤੋਂ ਇੰਪੋਰਟੈਂਟ ਹੁੰਦੇ ਨੇ ਬੈਂਕਸ। ਬੈਂਕਸ ਨੂੰ ਕਿਸ ਤਰ੍ਹਾਂ ਨਾਲ ਅਸੀਂ ਡਿਫਾਈਨ ਕਰਨਾ ਹੈ, ਕਿਸ ਤਰ੍ਹਾਂ ਨਾਲ ਉਹਨਾਂ ਦਾ ਐਨਾਲਿਸਿਸ ਕਰਨਾ ਹੈ ਤਾਂ ਕਿ ਅਸੀਂ ਜਦੋਂ ਵੀ ਕਿਸੇ ਬੈਂਕ ਦਾ ਸਟਾਕ ਖਰੀਦੀਏ ਤੇ ਇਹਨਾਂ ਚੀਜ਼ਾਂ ਨੂੰ ਕਦੀ ਵੀ ਨਜ਼ਰਅੰਦਾਜ਼ ਨਾ ਕਰੀਏ। ਸੁਣੋ ਕਿਹੜੀਆਂ ਜਿਹੜੀਆਂ ਰੇਸ਼ੀਓਜ਼ ਨੇ ਜਿਹੜੀਆਂ ਸਾਨੂੰ ਆਲਵੇਜ਼ ਕੰਸੀਡਰ ਕਰਨੀਆਂ ਚਾਹੀਦੀਆਂ। 6 ਤੋਂ 7 ਰੇਸ਼ੀਓਜ਼ ਹੈਗੀਆਂ ਨੇ। ਲਾਈਕ ਸਭ ਤੋਂ ਪਹਿਲਾਂ ਇਹ ਸਮਝੋ ਕਿ ਬੈਂਕ ਕਮਾਈ ਕਿੱਦਾਂ ਕਰਦੇ ਨੇ। ਬੈਂਕਾਂ ਨੂੰ ਕਮਾਈ ਕਰਨ ਦਾ ਸਭ ਤੋਂ ਜਿਹੜਾ ਬੈਸਟ ਸਾਧਨ ਹੁੰਦਾ ਹੈ ਕਿ ਉਹ ਲੋਨਸ ਜਾਂ ਆਪਣੀਆਂ ਇਨਵੈਸਟਮੈਂਟਸ ਦੇ ਉੱਪਰੋਂ ਸਾਡੇ ਕੋਲੋਂ ਜਿਹੜੀ ਹੈ ਉਹ ਕਮਾਈ ਕਰਦੇ ਨੇ। ਮੇਜਰ ਪੋਰਸ਼ਨ ਉਹ ਆਪਣਾ ਲੋਨਸ ਦੇ ਜਿਹੜੇ ਇੰਟਰਸਟ ਤੋਂ ਕਵਰ ਕਰਦੇ ਹੈਗੇ। ਸੋ ਇੰਟਰਸਟ ਨੂੰ ਜਾਣਨ ਵਾਸਤੇ ਸਾਨੂੰ ਕਿਹੜੀਆਂ ਚੀਜ਼ਾਂ ਦਾ ਜਿਹੜਾ ਹੈ ਉਹ ਕੰਸੀਡਰੇਸ਼ਨ ਕਰਨਾ ਹੁੰਦਾ ਹੈ। ਲਾਈਕ ਸਭ ਤੋਂ ਪਹਿਲਾਂ ROE ਰਿਟਰਨ ਔਨ ਐਸੈਟ ਕਿ ਬੈਂਕ ਲੋਨ ਪਲੱਸ ਇਨਵੈਸਟਮੈਂਟ ਤੋਂ ਕਿੰਨੀ ਕਮਾਈ ਕਰ ਰਿਹਾ, ਕਿੰਨਾ ਪ੍ਰੋਫਿਟ ਕਮਾ ਰਿਹਾ ਉਹ ਦੇਖਣਾ ਹੁੰਦਾ ਹੈ। ਅਗਰ ਇਹ 1.5% ਤੋਂ ਜ਼ਿਆਦਾ ਹੈਗਾ ਉਹਦੀ ਪੂਰੀ ਬੁੱਕ ਤੋਂ ਤੇ ਸਮਝੋ ਕਿ ਬੈਂਕ ਬਹੁਤ ਅੱਛਾ ਹੈ ਲੈਣ ਲਈ। ਮੋਰਓਵਰ ROE ਜਿਹੜਾ ਕਿ ਬੈਂਕ ਸਾਨੂੰ 1 ਸਾਲ ਦੇ ਵਿੱਚ ਸਾਡਾ ਇਕੁਇਟੀ ਦੇ ਉੱਪਰ ਰਿਟਰਨ ਕਮਾ ਕੇ ਦਿੰਦਾ ਹੈਗਾ ਉਹ ਆਲਵੇਜ਼ 15% ਵੀ ਮਿਨੀਮਮ ਕੰਸੀਡਰ ਕਰਨਾ ਹੈ। ਦੇਖੋ 15% ਬੈਂਕ ਕਮਾਈ ਕਰੇਗਾ ਤੇ ਉਹ ਤੁਹਾਨੂੰ 12 13 14% 11% ਤੱਕ ਜਿਹੜਾ ਹੈ ਉਹ ਤੁਹਾਡੀ ਆਮਦਨ ਨੂੰ ਵਧਾ ਸਕਦਾ ਹੈ। ਸੋ ਆਲਵੇਜ਼ ਵੀ ਮਿਨੀਮਮ 15% ROE ਕੰਸੀਡਰ ਕਰਨੀ ਹੈ। ਬੈਂਕਸ ਇੱਕ ਬਹੁਤ ਇੰਪੋਰਟੈਂਟ ਚੀਜ਼ ਨੂੰ ਜਿਹੜਾ ਹੈ ਉਹ ਆਲਵੇਜ਼ ਕੰਸੀਡਰ ਕਰਦੇ ਹੈਗੇ ਉਹ ਹੈਗਾ ਨੈਟ ਇੰਟਰਸਟ ਮਾਰਜਨ NIM ਨੂੰ ਸਮਝਦੇ ਹੋਏ ਤੁਸੀਂ ਚੰਗੀ ਤਰ੍ਹਾਂ ਇਹ ਚੀਜ਼ ਦੇਖਣੀ ਹੈ ਕਿ NIM ਕੀ ਚੀਜ਼ ਹੁੰਦੀ ਹੈ ਕਿ ਬੈਂਕ ਦਾ ਜਿਹੜਾ ਅਸਲੀ ਪ੍ਰੋਫਿਟ ਮਾਰਜਨ ਹੁੰਦਾ ਹੈ ਨਾ ਉਹਨੂੰ ਅਸੀਂ ਜਿਹੜਾ ਉਹ NIM ਕਿੰਨੇ ਹੈ। ਦੇਖੋ NIM ਕਿੰਨਾ ਕਾਊਂਟ ਹੁੰਦਾ ਹੈ ਕਿ ਬੈਂਕ ਨੇ ਇੱਕ ਕਸਟਮਰ ਨੂੰ ਕਿੰਨੇ ਰੇਟ ਆਫ ਇੰਟਰਸਟ ਤੇ ਲੋਨ ਦਿੱਤਾ ਤੇ ਉਹਨੇ RBI ਤੋਂ ਕਿੰਨੇ % ਲੋਨ ਤੇ ਉਠਾਇਆ ਸੀ। ਇਹਨਾਂ ਦੋਵਾਂ ਦੇ ਵਿੱਚ ਦਾ ਸਪਰੈਡ ਅਗਰ 3 ਜਾਂ 4% ਤੋਂ ਉੱਪਰ ਹੈਗਾ ਠੀਕ ਹੈ ਤੇ ਸਮਝੋ ਕਿ ਇਹ ਵਾਲਾ ਜਿਹੜਾ ਬੈਂਕ ਹੈ ਉਹ ਲਾਈਨਯੋਗ ਹੈਗਾ। ਮੈਂ ਬੈਂਕ ਦੀ ਗੱਲ ਕਰ ਰਿਹਾ। ਇਹਦੇ ਵਿੱਚ ਹੋਰ ਦੋ ਚੀਜ਼ਾਂ ਬਹੁਤ ਇੰਪੋਰਟੈਂਟ ਹੈਗੀਆਂ ਜਿਹੜੀਆਂ ਆਲਵੇਜ਼ ਤੁਸੀਂ ਕੰਸੀਡਰ ਕਰਨੀਆਂ ਹੈਗੀਆਂ ਉਹ ਹੈਗੀ ਹੈ GNPA ਤੇ NNPA। ਹੁਣ GNPA ਕੀ ਹੁੰਦਾ ਹੈ? GNPA ਨੂੰ ਸਮਝੋ। GNPA ਹੁੰਦਾ ਹੈ ਗ੍ਰੋਸ NPA ਵਰਡ ਹੁੰਦਾ ਹੈ ਕਿ ਨਾਨ ਪਰਫਾਰਮਿੰਗ ਐਸੈਟ। ਮਤਲਬ ਬੈਂਕ ਕੋਲ ਜਿਹੜਾ ਹੈ ਉਹ ਜਿਹੜਾ ਉਹਨੇ ਲੋਨ ਦਿੱਤਾ ਹੋਇਆ ਹੈ ਠੀਕ ਹੈ ਉਹ ਅਗਰ ਬੈਡ ਲੋਨ ਹੋ ਜੇ ਤੇ ਉਹਦਾ ਬੈਂਕ ਨੂੰ ਫੀਲਿੰਗ ਆਏ ਕਿ ਉਹਦਾ ਪੈਸਾ ਫਸ ਗਿਆ ਉਸ ਨੂੰ ਆਪਾਂ ਗ੍ਰੋਸ NPA ਕਹਿੰਦੇ ਆ। ਇਹ ਆਲਵੇਜ਼ 2 ਜਾਂ 3% ਤੋਂ ਨੀਚੇ ਹੋਣਾ ਚਾਹੀਦਾ। ਇੱਕ ਹੁੰਦਾ ਨੈਟ ਨਾਨ ਪ੍ਰੋਫਿਟ ਪਰਫਾਰਮਿੰਗ ਐਸੈਟ ਜਿਹਨੂੰ NNPA ਕਹਿੰਦੇ ਆ। ਇਹਨੂੰ ਪ੍ਰੋਵੀਜ਼ਨਿੰਗ ਇੱਕ ਵਰਡ ਬੈਂਕ ਦੇ ਵਿੱਚ ਆਲਵੇਜ਼ ਤੁਸੀਂ ਨੋਟਿਸ ਰੱਖਣੀ ਹੈ। ਇਹ ਕੁਝ ਟਰਮਸ ਹੈਗੀਆਂ ਤੁਹਾਡੇ ਵਾਸਤੇ ਨਵੀਆਂ ਹੋ ਸਕਦੀਆਂ। ਪ੍ਰੋਵੀਜ਼ਨਿੰਗ ਹੁੰਦੀ ਹੈ ਕਿ ਅੱਜ ਬੈਂਕ ਨੇ ਲੋਨ ਦਿੱਤਾ ਹੈ ਔਰ ਕੱਲ੍ਹ ਦੀ ਡੇਟ ਦੇ ਵਿੱਚ ਅਗਰ ਉਹ ਲੋਨ ਖਰਾਬ ਹੋ ਜੇ ਤਾਂ ਬੈਂਕ ਦੇ ਉੱਪਰ ਕਿਸੇ ਤਰ੍ਹਾਂ ਦਾ ਪ੍ਰੈਸ਼ਰ ਨਾ ਆਏ। ਉਹ ਇੱਕ ਤਰ੍ਹਾਂ ਨਾਲ ਇੱਕ ਸੈਪਰੇਟ ਜਿਹੜੇ ਹੈ ਉਹ ਬੁੱਕ ਨੂੰ ਕਾਊਂਟ ਕਰਦੇ ਆ, ਪੈਸੇ ਨੂੰ ਰੱਖਦੇ ਆ ਜਿਹਦੇ ਵਿੱਚ ਕਿ ਉਹ ਅਗਰ ਕੋਈ ਬੈਡ ਲੋਨ ਹੋ ਜੇ ਤਾਂ ਉਹਦੇ ਵਿੱਚੋਂ ਉਸ ਪੈਸੇ ਦੇ ਲਾਸ ਨੂੰ ਰਿਕਵਰ ਕਰਦੇ ਹੈਗੇ। ਉਹਨੂੰ ਪ੍ਰੋਵੀਜ਼ਨਿੰਗ ਕਹਿੰਦੇ ਆ ਠੀਕ ਹੈ। ਸੋ NNPA ਜਿਹੜਾ ਹੈਗਾ ਵਾ ਉਹ ਜਿਹੜਾ ਆਲਵੇਜ਼ 1% ਤੋਂ ਅਗਰ ਘੱਟ ਹੋਏਗਾ ਤੇ ਉਹ ਬਹੁਤ ਹੀ ਵਧੀਆ ਹੋਏਗਾ ਕਿਸੇ ਵੀ ਬੈਂਕ ਦੇ ਸਟਾਕ ਨੂੰ ਖਰੀਦਣ ਵਾਸਤੇ। ਦੇਖੋ ਇੱਕ ਬੈਂਕ ਦੇ ਵਿੱਚ ਨਾ ਕਾਸਾ ਵਰਡ ਹੁੰਦਾ ਹੈ ਕਰੰਟ ਅਕਾਊਂਟ ਸੇਵਿੰਗ ਅਕਾਊਂਟ। ਇਹ ਇੱਕ ਬੜਾ ਹੀ ਲੋ ਕਾਸਟ ਇਨਕਮ ਜਿਹੜਾ ਨਾ ਉਹ ਬੋਰਿੰਗ ਹੁੰਦੀ ਹੈ ਕਿ ਬੈਂਕ ਕਰੰਟ ਅਕਾਊਂਟ ਤੇ ਸੇਵਿੰਗ ਅਕਾਊਂਟ ਦੀ ਕਿਸੇ ਵੀ ਬੈਂਕ ਦੀ ਅਗਰ ਬੁੱਕ 40% ਤੋਂ ਉੱਪਰ ਹੈਗੀ ਹੈ ਨਾ ਤੇ ਸਮਝੋ ਕਿ ਉਹ ਬੈਂਕ ਜਿਹੜਾ ਬੜਾ ਸਟੇਬਲ ਹੈਗਾ ਠੀਕ ਹੈ। ਇੱਕ ਇਹਦੇ ਚ ਹੋਰ ਵਰਡ ਯੂਜ਼ ਹੁੰਦਾ ਹੈ ਜਿਹਨੂੰ ਆਪਾਂ ਕਹਿੰਦੇ ਆ CAR ਠੀਕ ਹੈ। ਕਾਰ ਵਰਡ ਜਿਹਨੂੰ ਤੁਸੀਂ ਕਹਿੰਦੇ ਇਹਨੂੰ ਕਹਿੰਦੇ ਕੈਪੀਟਲ ਐਡੀਕੇਸੀ ਰੇਸ਼ੀਓ ਠੀਕ ਹੈ। ਕਿਸੇ ਵੀ ਬੈਂਕ ਦੇ ਵਿੱਚ ਅਗਰ ਕੈਪੀਟਲ ਐਡੀਕੇਸੀ ਰੇਸ਼ੀਓ 15 ਤੋਂ 18% ਜਿਹੜੀ ਹੈਗੀ ਹੈ ਠੀਕ ਹੈ। ਕੈਪੀਟਲ ਐਡੀਕੇਸੀ ਰੇਸ਼ੀਓ ਅਗਰ ਬੈਂਕ ਕੋਲ ਹੈਗੀ ਹੈ ਕਿ ਸਪੋਜ਼ ਇਹ ਹੁੰਦੀ ਕੀ ਚੀਜ਼ ਹੈ ਕਿ ਬੈਂਕ ਦੇ ਅਗਰ ਕੋਈ ਬੁਰਾ ਵਕਤ ਆ ਜਾਏ ਤਾਂ ਉਹਦੇ ਕੋਲ ਬੈਕਅਪ ਵਾਸਤੇ ਜਿਹੜਾ ਹੈ ਨਾ ਇੰਨਾ ਕੁ ਪੈਸਾ ਆਲਵੇਜ਼ ਹੋਣਾ ਚਾਹੀਦਾ। ਔਰ ਮੋਰ ਓਵਰ ਜਿਹੜਾ ਨਾ RBI ਰੂਲਸ ਦੇ ਅਕੋਰਡਿੰਗ ਹੁੰਦਾ ਹੈ ਕਿ ਕਿਸੇ ਵੀ ਬੈਂਕ ਨੂੰ ਜਿਹੜਾ ਬੀਅਰ ਮਿਨੀਮਮ 9% ਪੈਸਾ ਸੈਪਰੇਟ ਰੱਖਣਾ ਪਏਗਾ। ਐਂਡ ਬਹੁਤ ਅੱਛੇ ਬੈਂਕ ਜਿਹੜੇ ਹੈ ਨਾ ਉਹ ਇਸ ਰੇਸ਼ੀਓ ਨੂੰ 15 ਤੋਂ 18% ਦੇ ਦਰਮਿਆਨ ਜਾਂ ਇਸ ਤੋਂ ਉੱਪਰ ਅਗਰ ਮੇਨਟੇਨ ਕਰਦੇ ਹਨ ਤਾਂ ਤੁਸੀਂ ਸਮਝੋ ਕਿ ਇਹ ਬੈਂਕ ਜਿਹੜਾ ਉਹ ਸੇਫ ਸਾਈਡ ਹੈਗਾ। ਸੋ ਇਹ ਚੀਜ਼ ਨੂੰ ਵੀ ਕਦੀ ਵੀ ਨਾਨ ਕੰਸੀਡਰੇਬਲ ਨਹੀਂ ਕਰਨਾ। ਐਂਡ ਵਨ ਆਫ ਦੀ ਗੁੱਡ ਥਿੰਗ ਇੱਕ ਹੁੰਦੀ ਹੈ CD ਰੇਸ਼ੀਓ। CD ਰੇਸ਼ੀਓ ਨੂੰ ਵੀ ਸਮਝੋ ਕੀ ਹੁੰਦਾ ਹੈ ਕਿ ਬੈਂਕ ਕੋਲ ਜਿੰਨਾ ਡਿਪੋਜ਼ਿਟ ਹੈਗਾ ਉਹਦਾ ਉਹ 60-70% ਅਗਰ 70% ਤੋਂ ਜ਼ਿਆਦਾ ਜਿਹੜਾ ਉਹਨੂੰ ਲੋਨ ਤੇ ਦੇ ਸਕਦਾ ਹੈ ਉਹਨੂੰ ਆਪਾਂ CD ਰੇਸ਼ੀਓ ਕਹਿੰਦੇ ਆ। ਕਿਸੇ ਵੀ ਬੈਂਕ ਦੀ ਰੇਸ਼ੀਓ ਜਿਹੜੀ ਹੈ 70% ਤੋਂ ਪਲੱਸ ਹੈ ਤੇ ਉਹ ਬਹੁਤ ਹੀ ਵਧੀਆ ਬੈਸਟ ਰੇਂਜ ਹੈਗੀ ਹੈ 70%। ਔਰ ਲਾਸਟ ਇੱਕ ਟਰਮ ਜਿਹੜੀ ਆਲਵੇਜ਼ ਜਿਹੜੀ ਇਹਨੂੰ ਇੱਕ ਬਹੁਤ ਹੀ ਵਧੀਆ ਮੈਟ੍ਰਿਕਸ ਹੈਗੀ ਹੈ PCR। ਇਹਨੂੰ ਤੁਸੀਂ ਸਮਝਣਾ ਹੈਗਾ PCR ਕੀ ਚੀਜ਼ ਹੈਗੀ ਹੈ ਕਿ ਬੈਂਕ ਅਗਰ ਇੰਨਾ ਪੈਸਾ ਆਪਣਾ 70% ਦੇ ਆਸ